प्यारे विद्यार्थियों साਰਿਆਂ ਨੂੰ ਸਤਿ ਸ਼੍ਰੀ ਅਕਾਲ। मैं फिर तो एक बार ਤੁਹਾਡੇ ਸਾਹਮਣੇ इस वीडियो ਰਾਹੀਂ हाजिर हाँ। सारे अध्यापक साथी मापे जो भी इस वीडियो ਨੂੰ ਵੇਖ ਰਹੇ ਨੇ ਉਹ ਕਿਰਪਾ ਕਰਕੇ ਨੋਟ ਕਰਨ ਕਿ ਅਭਿਆਸ 2 ਦੀ ਇੱਕ ਗਣਿਤ ਦੀ ਆਪਾਂ ਸਵਾਲ ਨੰਬਰ 5 ਕਰ ਲਿਆ ਸੀ। ਸੋ ਅੱਜ ਆਪਾਂ ਜਿਹੜਾ ਹੈ ਸਵਾਲ ਨੰਬਰ 6 ਤੋਂ ਸ਼ੁਰੂ ਕਰਨਾ ਹੈ। ਇਹ ਸਵਾਲ ਆਪਾਂ ਕਰ ਲਿਆ ਸੀ ਟੋਟਲ ਇੱਥੋਂ ਤੱਕ ਸਵਾਲ ਜਿੰਨੇ ਵੀ ਸੀ ਆਪਾਂ ਸਾਰੇ ਕੰਪਲੀਟ ਕਰ ਲਏ ਸੀ। ਉੱਪਰ ਜਿਹੜਾ ਹੈ ਆਪਾਂ ਰੇਖਾ ਚਿੱਤਰ ਦੇ ਉੱਪਰ ਜਿਹੜਾ ਹੈ ਜੋੜ ਤੇ ਘਟਾਓ ਸਿੱਖ ਲਿਆ ਸੀ ਕਿ ਰੇਖਾ ਪਰ ਸੰਖਿਆ ਨੂੰ ਆਪਾਂ ਜੋੜਨਾ ਤੇ ਘਟਾਉਣਾ ਕਿਸ ਤਰ੍ਹਾਂ ਹੈ, ਇਹ ਵੀ ਕਰ ਲਿਆ ਸੀ। ਸੋ ਪਿਆਰੇ ਵਿਦਿਆਰਥੀਓ ਤੇ ਸਤਿਕਾਰਤ ਅਧਿਆਪਕ ਸਾਥੀਓ, ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਮੈਂ ਬਾਰ-ਬਾਰ ਕਹਿਣਾ ਹੁੰਦਾ ਕਿਉਂਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹੀ ਹੈ ਕਿ ਹਰ ਉਸ ਬੱਚੇ ਤੱਕ ਜਿਹੜਾ ਚੌਥੀ ਕਲਾਸ 'ਚ ਹੈ ਉਹਦੇ ਤੱਕ ਇਹ ਵੀਡੀਓ ਪਹੁੰਚ ਜਾਵੇ ਤਾਂ ਕਿ ਉਹ ਆਪਣਾ ਕੰਮ ਸੁਖਾਲਾ ਕਰ ਸਕੇ। ਘਰ 'ਚ ਬੈਠਿਆਂ ਹੋਇਆ ਆਪਣੀ ਸਿੱਖਿਆ ਦੇ ਵਿੱਚ ਖੜੋਤ ਨਾ ਆਉਣ ਦੇਵੇ, ਉਸ ਦਾ ਕੰਮ ਜਿਹੜਾ ਆਸਾਨ ਬਣਿਆ ਰਹੇ, ਉਸ ਦੀ ਸਿੱਖਿਆ ਲਗਾਤਾਰ ਚੱਲਦੀ ਰਹੇ, ਉਸ ਦੀ ਪੜ੍ਹਾਈ ਦੇ ਵਿੱਚ ਵਿਘਨ ਨਾ ਪਵੇ। ਸੋ ਇਸ ਨੂੰ ਹੀ ਅੱਗੇ ਵਧਾਉਂਦੇ ਹਾਂ। ਸਵਾਲ ਨੰਬਰ 6 ਤੋਂ ਸ਼ੁਰੂ ਕਰਦੇ ਹਾਂ ਜਲਦੀ ਨਾਲ। ਤੋ ਤੁਹਾਡੀਆਂ ਇਹ ਸ਼ੁਭ ਕਾਮਨਾਵਾਂ ਦੇ ਨਾਲ ਹੀ ਮੈਂ ਇਹ ਕੰਮ ਕਰਦਾ ਹਾਂ। ਸੋ ਚਲੋ ਸ਼ੁਰੂ ਕਰਦੇ ਹਾਂ। 6ਵਾਂ ਸਵਾਲ, ਇਹਦੇ ਵਿੱਚ ਸਵਾਲ ਨੰਬਰ ਇਹ ਕਰਦੇ ਹਾਂ 769 ਦੇ ਵਿੱਚ ਆਪਾਂ 584 ਜੋੜਨੇ ਨੇ ਸਾਥੀਓ ਤੇ ਬੱਚਿਓ। ਜਿਸ ਤਰ੍ਹਾਂ ਅਸੀਂ ਦੇਖਿਆ ਸੀ ਕਿ ਪਿਛਲੀ ਵਾਰ ਅਸੀਂ ਸਿੱਧੀ ਸਿੰਪਲ ਜੋੜ ਤੇ ਘਟਾਓ ਸਿੱਖੀ ਸੀ। ਕੋਈ ਦਹਾਈ ਨੂੰ ਦਹਾਈ ਕੋਲ ਜੋੜਨ ਦੀ ਜ਼ਰੂਰਤ ਨਹੀਂ ਪਈ, ਦਹਾਈ ਕੋ ਸੈਂਕੜੇ ਵੱਲ ਜਾਣ ਦੀ ਜ਼ਰੂਰਤ ਨਹੀਂ ਪਈ। ਠੀਕ ਹੈ, ਘਟਾਓ ਦੇ ਵਿੱਚ ਸੈਂਕੜੇ ਕੋ ਦਹਾਈ ਵੱਲ ਆਉਣ ਦੀ ਜ਼ਰੂਰਤ ਨਹੀਂ ਪਈ, ਦਹਾਈ ਨੂੰ ਇਕਾਈ ਵਾਲੇ ਅੰਕ ਵਾਲੇ ਪਾਸੇ ਆਉਣ ਦੀ ਜ਼ਰੂਰਤ ਨਹੀਂ ਪਈ। ਇਹਦੇ ਵਿੱਚ ਜ਼ਰੂਰਤ ਪਵੇਗੀ ਕਿਉਂਕਿ ਜਿਹੜੇ ਆਪਾਂ ਹਾਸਲ ਵਾਲੇ ਸਵਾਲ ਕਹਿ ਦਿੰਦੇ ਹਾਂ ਪੰਜਾਬੀ ਵਿੱਚ, ਉਸੇ ਤਰ੍ਹਾਂ ਹੀ ਦਹਾਈਆਂ ਇਕਾਈਆਂ ਜਿਹੜੀਆਂ ਉਹਨਾਂ ਦਾ ਜੋੜ ਤੋੜ ਚੱਲੇਗਾ। ਸਮਝਣਾ ਹੈ ਕਿਸ ਤਰ੍ਹਾਂ। ਸਭ ਤੋਂ ਪਹਿਲਾ ਸਵਾਲ ਕਰਦੇ ਹਾਂ। ਹੁਣ ਦੇਖੋ ਬੱਚੇ, ਉੱਪਰ 9 ਇਕਾਈਆਂ ਨੇ, ਉਹਦੇ ਵਿੱਚੋਂ ਅਸੀਂ 4 ਇਕਾਈਆਂ ਘਟਾ ਦਾਂਗੇ, ਸਿੱਧਾ ਸਾਡੇ ਕੋਲ 5 ਵੱਜ ਜਾਏਗਾ। ਇਹ ਤਾਂ ਬੜਾ ਸਿੰਪਲ ਸੀ। ਹੁਣ 6 ਦਹਾਈਆਂ ਵਿੱਚੋਂ 8 ਦਹਾਈਆਂ ਨਹੀਂ ਘਟ ਸਕਦੀਆਂ। ਸੌਰੀ, ਜੋੜ ਦਾ ਸਵਾਲ ਹੈ, ਮਾਈ ਮਿਸਟੇਕ। ਆਪਾਂ ਜੋੜਨਾ ਹੈ। ਸਭ ਤੋਂ ਪਹਿਲਾਂ ਅਸੀਂ 9 ਦੇ ਵਿੱਚ 4 ਜਿਹੜੇ ਜੋੜਾਂਗੇ, 9 ਇਕਾਈਆਂ 4 ਇਕਾਈਆਂ ਜੋੜਾਂਗੇ ਤੇ ਸਾਡੇ ਕੋਲ ਆ ਜਾਣਗੀਆਂ 13 ਇਕਾਈਆਂ। ਬੇਟਾ ਜਦੋਂ 13 ਇਕਾਈਆਂ ਆ ਜਾਣਗੀਆਂ ਅਸੀਂ 3 ਇਕਾਈਆਂ ਲੈ ਲਾਂਗੇ ਤੇ ਸਾਡੇ ਕੋਲ ਜਿਹੜਾ ਇੱਕ ਦਹਾਈ ਸਾਡੇ ਕੋਲ ਬਚ ਗਈ ਹੈ ਉਰਲੇ ਪਾਸੇ, ਇਸ ਦਹਾਈ ਨੂੰ ਆਪਾਂ ਦਹਾਈ ਵਾਲੇ ਸਥਾਨ 'ਤੇ ਜਾ ਕੇ ਟਿਕਾਵਾਂਗੇ। ਮਤਲਬ ਇਹ ਕਿ ਜਿਹੜਾ ਇੱਕ ਬਚ ਗਿਆ ਹੈ ਇਹ ਦਹਾਈ ਹੈ, ਇਹ ਇੱਕ ਦਹਾਈ ਹੈ ਕਿਉਂਕਿ ਇਕਾਈ ਤੇ ਦਹਾਈ। ਸੋ ਇਹ ਦਹਾਈ ਵਾਲੇ ਸਥਾਨ 'ਤੇ ਇੱਕ ਹੈ ਤਾਂ ਆਪਾਂ ਇਸ ਨੂੰ ਦਹਾਈ ਵਾਲੇ ਸਥਾਨ ਦੇ ਉੱਤੇ ਹੀ ਟਿਕਾ ਕੇ ਇਸ ਨੂੰ ਜੋੜਾਂਗੇ। ਸੋ ਇੱਥੇ ਇੱਕ ਸਾਡਾ ਜਿਹੜਾ ਹੈ 6 ਦੇ ਉੱਪਰ, ਕਿਉਂਕਿ 6 ਦਹਾਈ ਵਾਲੇ ਸਥਾਨ 'ਤੇ ਹੈ, 8 ਵੀ ਦਹਾਈ ਵਾਲੇ ਸਥਾਨ 'ਤੇ ਹੈ। ਸੋ ਆਪਾਂ ਇਸ ਨੂੰ ਦਹਾਈ ਵਾਲੇ ਸਥਾਨ 'ਤੇ ਟਿਕਾ ਲਿਆ। ਹੁਣ ਆਪਾਂ ਸਾਰੀਆਂ ਦਹਾਈਆਂ ਜੋੜ ਦੇਵਾਂਗੇ। 1 ਦਹਾਈ, 6 ਦਹਾਈ, 7 ਦਹਾਈਆਂ, 7 ਦਹਾਈਆਂ ਦੇ ਵਿੱਚ 8 ਦਹਾਈਆਂ ਜੋੜ ਦਾਂਗੇ ਤੇ ਆ ਜਾਣਗੇ 15 ਦਹਾਈਆਂ। ਸੋ ਜਦੋਂ 15 ਦਹਾਈਆਂ ਆ ਜਾਣਗੀਆਂ, ਤੁਹਾਨੂੰ ਪਤਾ ਹੈ ਕਿ 10 ਦਹਾਈਆਂ ਹੋ ਜਾਣ ਤੇ ਇੱਕ ਸੈਂਕੜਾ ਹੋ ਜਾਂਦਾ ਹੈ। ਠੀਕ ਹੈ ਨਾ। ਸੋ ਆਪਾਂ ਜਿਹੜੀਆਂ ਮੈਂ ਸਿਰਫ 5 ਦਹਾਈਆਂ ਇੱਧਰ ਲਿਖਾਂਗੇ ਕਿਉਂਕਿ 10 ਦਹਾਈਆਂ ਦਾ ਇੱਕ ਸੈਂਕੜਾ ਹੋ ਜਾਂਦਾ ਹੈ। 10 ਦਹਾਈਆਂ ਹੋਣ ਤੇ ਇੱਕ ਸੈਂਕੜਾ ਹੋ ਜਾਂਦਾ, ਸਾਰਿਆਂ ਨੂੰ ਪਤਾ ਹੈ। ਠੀਕ ਹੈ ਨਾ। ਮੈਂ ਤੁਹਾਨੂੰ ਹਾਈਲਾਈਟ ਕਰ ਰਿਹਾ ਕਿ 10 ਦਹਾਈਆਂ ਹੋ ਜਾਣ ਤੇ ਇੱਕ ਸੈਂਕੜਾ ਹੋ ਜਾਂਦਾ। ਇਸ ਕਰਕੇ 15 ਦਹਾਈਆਂ ਨੇ, ਇਹਦਾ ਮਤਲਬ ਇੱਕ ਸੈਂਕੜਾ ਤੇ 5 ਦਹਾਈਆਂ ਨੇ। 5 ਦਹਾਈਆਂ ਆਪਾਂ ਥੱਲੇ ਲਿਖ ਦਿੱਤੀਆਂ। ਠੀਕ ਹੈ, ਤੇ ਆਪਾਂ ਜਿਹੜੀ ਹੈ ਇੱਧਰ ਇੱਕ ਸੈਂਕੜਾ ਜਿਹੜਾ ਹੈ ਇਸ ਪਾਸੇ ਲੈ ਜਾਣਾ ਹੈ। ਹੁਣ ਆਪਾਂ ਪਰਲੇ ਬੰਨੇ ਸਾਰੇ ਸੈਂਕੜੇ ਜੋੜ ਦਾਂਗੇ। 1 ਸੈਂਕੜਾ, 7 ਸੈਂਕੜੇ, 8 ਸੈਂਕੜੇ ਤੇ 1 9 ਸੈਂਕੜੇ। ਠੀਕ ਹੈ। ਸੋ ਆਨਸਰ ਕਿੰਨਾ ਆ ਜਾਏਗਾ ਸਾਡਾ, ਉੱਤਰ ਕਿੰਨਾ ਆ ਜਾਏਗਾ 953। ਸਾਰੇ ਬੱਚੇ ਨੋਟ ਕਰ ਲੈਣ ਮੈਂ ਕਿਸ ਤਰ੍ਹਾਂ ਕੀਤਾ ਹੈ। ਅਗਲੇ ਸਾਰੇ ਸਵਾਲ ਇਸੇ ਤਰ੍ਹਾਂ ਹੀ ਕਰਨੇ ਨੇ। ਅੱਗੇ ਚਲੀਏ। 649 ਦੇ ਵਿੱਚ ਆਪਾਂ 161 ਜੋੜਨੇ ਨੇ।
ਇਹ ਵੀ ਉਸੇ ਤਰ੍ਹਾਂ ਹੀ ਹੈ। 9 ਇਕਾਈਆਂ ਅਤੇ 1 ਇਕਾਈ ਹੋ ਗਈਆਂ 10 ਇਕਾਈਆਂ। 10 ਇਕਾਈਆਂ ਦਾ ਜਿਹੜਾ ਹੈ 10 ਜਦੋਂ 10 ਇਕਾਈਆਂ ਹੋ ਜਾਣ ਤਾਂ ਇੱਕ ਦਹਾਈ ਬਣ ਜਾਂਦੀ ਹੈ। ਠੀਕ ਹੈ ਨਾ। ਸੋ ਇੱਕ ਦਹਾਈ ਪੂਰੀ ਦੀ ਪੂਰੀ ਹੈ, ਯਾਨੀ ਕਿ 10 ਹੈ ਲਿਖਿਆ। ਠੀਕ ਹੈ, ਇਹਦਾ ਮਤਲਬ ਇੱਕ ਦਹਾਈ ਪੂਰੀ ਹੈ। ਇੱਧਰ ਇਕਾਈ ਕੋਈ ਨਹੀਂ ਹੈ, ਦਹਾਈ ਵਾਲੇ ਪਾਸੇ ਇੱਕ ਚਲੇ ਜਾਏਗਾ, ਇੱਕ ਦਹਾਈ ਉੱਧਰ ਚਲੇ ਜਾਏਗੀ, ਇੱਧਰ ਕੁਛ ਨਹੀਂ ਬਚਿਆ, 0 ਆ ਗਈ। ਸੋ ਹੁਣ ਦਹਾਈਆਂ ਦਾ ਜੋੜ ਕਰਾਂਗੇ। 1 ਅਤੇ 4 5 ਦਹਾਈਆਂ, 5 ਅਤੇ 6 11 ਦਹਾਈਆਂ। ਅਤੇ ਜੇ 11 ਦਹਾਈਆਂ ਹੋ ਜਾਣ ਤਾਂ ਸਾਨੂੰ ਪਤਾ ਹੈ ਉਸੇ ਤਰ੍ਹਾਂ ਹੀ ਕਿ 10 ਦਹਾਈਆਂ ਹੋ ਜਾਣ ਤਾਂ ਇੱਕ ਸੈਂਕੜਾ ਹੋ ਜਾਂਦਾ ਹੈ। ਇਸ ਕਰਕੇ ਇੱਕ ਆਪਾਂ ਇੱਧਰ ਦਹਾਈ ਲਿਖ ਦਾਂਗੇ, ਸੈਂਕੜੇ ਵਾਲੇ ਪਾਸੇ ਇੱਕ ਲਿਖ ਦਾਂਗੇ, ਕਿਉਂਕਿ 10 ਸੈਂਕੜਿਆਂ ਦੀ 10 ਦਹਾਈਆਂ ਦੀ ਇੱਕ ਸੈਂਕੜਾ ਬਣ ਜਾਂਦਾ ਹੈ। ਸੋ ਇਹ ਸੈਂਕੜੇ ਜੋੜ ਕਰ ਦਾਂਗੇ। 1 ਅਤੇ 6 7 7 1 8। ਸਾਡਾ ਉੱਤਰ ਆ ਜਾਏਗਾ 810। ਅਗਲਾ ਸਵਾਲ ਕਰੀਏ। ਤਿੰਨ 1009 ਵਿੱਚ 5691 ਜੋੜ ਦਾਂਗੇ। ਸੋ ਬੱਚਿਓ ਤਰੀਕਾ ਉਹੀ ਹੈ ਜਿਹੜਾ ਆਪਾਂ ਸ਼ੁਰੂ 'ਚ ਕੀਤਾ ਹੈ। ਚਲੋ ਇਕਾਈਆਂ ਜੋੜੀਏ। 9 ਅਤੇ 1 10 ਇਕਾਈਆਂ, ਦਹਾਈ ਬਣ ਗਈ, ਇਕਾਈ ਕੋਈ ਨਹੀਂ ਬਚੀ। ਠੀਕ ਹੈ, ਦਹਾਈ ਉੱਪਰ ਚਲੇ ਜਾਏਗੀ। 9 ਅਤੇ 1 10 10 ਦਹਾਈਆਂ ਬਣ ਗਈਆਂ। ਜਦੋਂ 10 ਦਹਾਈਆਂ ਬਣ ਜਾਣ 'ਤੇ ਇੱਕ ਸੈਂਕੜਾ ਬਣ ਜਾਂਦਾ ਹੈ। ਫਿਰ ਦਹਾਈ ਵਾਲੇ ਸਥਾਨ 'ਤੇ 0 ਆ ਜਾਏਗਾ, ਇੱਕ ਸੈਂਕੜਾ ਜਿਹੜਾ ਹੈ ਇੱਧਰ ਚਲੇ ਜਾਏਗਾ। 6 ਔਰ 1 7 ਸੈਂਕੜੇ, 5 ਔਰ 3 8000 ਨੇ। ਉੱਤਰ ਕਿੰਨਾ ਆ ਜਾਏਗਾ 8700 ਪੂਰਾ। ਠੀਕ ਹੈ, ਇਹ ਸਾਡਾ ਉੱਤਰ ਆ ਜਾਏਗਾ। ਸਵਾਲ ਨੰਬਰ ਡੀ। ਮੈਨੂੰ ਆਸ ਹੈ ਕਿ ਬੱਚਿਓ ਤੁਹਾਨੂੰ ਨਾਲ ਨਾਲ ਸਵਾਲ ਕਰਨੇ ਆ ਰਹੇ ਨੇ। ਇਹੀ ਮਕਸਦ ਹੈ, ਕਰਨ ਦਾ ਮਤਲਬ ਇਹੀ ਹੈ ਕਿ ਤੁਹਾਨੂੰ ਆ ਜਾਣ। ਯਾਦ ਰੱਖਿਓ, ਅਗਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਮੈਨੂੰ ਜ਼ਰੂਰ ਪੁੱਛ ਲਿਓ। ਦੋ 2347 ਵਿੱਚ 7437 ਜੋੜਾਂਗੇ। सत्त और 7 14 इकाइयाँ किन्ने बन गए। एक दहाई बन गई तो 4 इकाइयाँ बन गई। 4 इकाइयाँ उदा आ जाएगियाँ, दहाई इत्थे चली जाएगी। ठीक है, 4 ते 5 5 ते 3 8 दहाइयाँ। ठीक है, 8 दहाइयाँ पूरियां पूरियां आ जाएगियाँ, क्योंकि 10 तो उपर दहाइयाँ जान या 10 दहाइयाँ हो जान तो फिर एक सैकड़ा बनता है, सानू सारिਆਂ ਨੂੰ पता है। इस करके 10 तो घट है, 8 ही दहाइयाँ बन गई। उस तो अगे 4 और 3 7 सैकड़े, तो 7 और 2 9000वें। साडा उत्तर आ गया 9784। सवाल नंबर ई। ਹੁਣ बेटा देखो ध्यान नाल, ਹੁਣ थोड़ा सवाल लंबा हो गया। ਆਪਾਂ ਇਹਨੂੰ किस तरह करना है, पहला 2 अंक जोड़ांगे। ਪਹਿਲਾਂ ਜਿਹੜਾ ਹੈ 2 ਸੰਖਿਆਵਾਂ ਨੂੰ ਜੋੜ ਕਰ ਲਾਂਗੇ, ਜੋ ਉੱਤਰ ਆਏਗਾ ਫਿਰ ਉਸ ਨੂੰ ਅਗਲੀ ਸੰਖਿਆ ਵਿੱਚ ਜੋੜਾਂਗੇ। ਚਲੋ ਕਰਦੇ ਹਾਂ। 769 ਵਿੱਚ 444 ਜੋੜਾਂਗੇ। नौ और 4 13 इकाइयाँ। 13 इकाइयाँ का मतलब 3 इकाइयाँ तो एक दहाई, एक दहाई ऊपर चली गई, 3 इकाइयाँ इधर बच गई। हुण दहाइयाँ का जोड़ करांगे। 6 और 1 7 दहाइयाँ, 7 ते 4 11 दहाइयाँ। सो जो 11 दहाइयाँ लिखांगे तो इसका मतलब है कि एक सैकड़ा तो एक दहाई। सो एक दहाई इधर आ जाएगी, एक सैकड़ा ऊपर चले जाएगा। सो हम सैकड़े जोड़ लेंगे। 7 और 1 8 सैकड़े, 8 सैकड़े तो 4 12 सैकड़े। ਹੁਣ ਅਜੇ ਉੱਤਰ ਖਤਮ ਨਹੀਂ ਹੋਇਆ ਬੇਟਾ, ਕਿਉਂਕਿ ਆਪਾਂ ਤੀਸਰੀ ਸੰਖਿਆ ਵੀ ਜੋੜਨੀ ਹੈ, ਜਿਹੜੀ ਕਿ ਇਹ ਹੈ ਕਿ ਮੈਂ ਹੁਣੇ ਨਿਸ਼ਾਨੀ ਲਾਈ ਹੈ। ਠੀਕ ਹੈ, ਇਹ ਸੰਖਿਆ ਕਿੰਨੀ ਹੈ? ਇਹ ਹੈ 325। ਸੋ ਜੋ ਸਾਡਾ ਉੱਤਰ ਆਇਆ ਹੈ ਉਹਦੇ ਵਿੱਚ 325 ਆਪਾਂ ਜੋੜਨੇ ਨੇ। ਇੱਕ ਵਾਰੀ ਆਪਾਂ ਸਵਾਲ ਫਿਰ ਕੱਢ ਲਈਏ, ਕਿਉਂਕਿ ਮੇਰਾ ਜਿਹੜਾ ਮੋਬਾਈਲ ਸੀਗਾ
ਥੋੜ੍ਹਾ ਜਿਹਾ ਹਿੱਲ ਗਿਆ ਸੀਗਾ, ਇਸ ਕਰਕੇ ਆਨਸਰ ਜਿਹੜਾ ਗਾਂਹ ਪਿਛਾਂਹ ਹੋ ਗਿਆ। ਚਲੋ ਆਪਾਂ ਕਰਦੇ ਹਾਂ। ਸੋ ਆਪਾਂ ਕਰ ਰਹੇ ਸੀ ਸਵਾਲ ਨੰਬਰ ਈ, ਉਹਨੂੰ ਦੁਬਾਰਾ ਕਰਦੇ ਹਾਂ। 769 ਦੇ ਵਿੱਚ ਆਪਾਂ 444 ਜੋੜਾਂਗੇ ਪਹਿਲਾਂ। ਇਹ ਆਪਾਂ ਸਵਾਲ ਕੱਢ ਲਿਆ ਸੀ ਪਹਿਲਾਂ, ਠੀਕ ਹੈ। ਹੁਣ ਇਹਦੇ ਵਿੱਚ ਆਪਾਂ ਕਿੰਨੇ ਜੋੜਨੇ ਨੇ? 325। ਜਿਹੜਾ ਕਿ ਮੈਂ ਟਿਕ ਕੀਤਾ, ਇਹੀ ਸਵਾਲ ਸੀ। ਹੁਣ ਦੇਖੋ ਬੇਟਾ 325 ਆ ਗਿਆ, ਲੇਕਿਨ ਇੱਕ ਖਾਲੀ ਜਾਪਦਾ ਪਿਆ, ਕਿਉਂਕਿ 1000ਵੇਂ ਸਥਾਨ 'ਤੇ ਕੁਛ ਨਹੀਂ ਹੈ। ਸਾਨੂੰ ਭੁਲੇਖਾ ਨਾ ਪਵੇ, ਇਸ ਕਰਕੇ ਆਪਾਂ 1000ਵੇਂ ਸਥਾਨ 'ਤੇ 0 ਲਗਾ ਲਾਂਗੇ, ਤਾਂ ਕਿ ਸਾਡਾ ਭੁਲੇਖਾ ਦੂਰ ਹੋ ਜਾਵੇ ਕਿ ਇੱਕੋ ਜਿਹੀਆਂ ਸੰਖਿਆਵਾਂ ਬਣ ਗਈਆਂ ਨੇ। ਹੁਣ ਇਕਾਈਆਂ ਜੋੜੀਏ, 5 ਔਰ 3 8 ਇਕਾਈਆਂ, फिर 2 और 1 3 दहाइयाँ, फिर 3 और 2 5 सैकड़े, तो 1 1000वें स्थान पर। यह साडा उत्तर आ गया, नोट कर लो। इस तरह करना है। अगे चलिए, तुसी वीडियो पॉज करके नोट कर सकते जे। अगे चलते हैं सवाल नंबर F। ये भी उस तरह ही है। ये 688 दे विच आपां 100 जोड़ने ने। सो तुहानूं पता ही है 8 इकाइयां आ गई, 8 ही दहाइयां ते 6 और 1 7 सैकड़े। हुण ये उत्तर आ गया। ये आपां 135 होर जोड़ने ने। 8 और 5 13 इकाइयाँ। 13 इकाइयाँ के कितने बन गए? 3 इकाइयाँ ते 1 दहाई, ऊपर आ जाएगी। 8 और 1 9 ते 3 12 दहाइयाँ। 12 दहाइयाँ दी 2 दहाइयाँ इधर लग जाएंगियाँ, 1 सैकड़ा सैकड़े वाले पासे चल जाएगा। 7 और 1 8 ते 1 9 सैकड़े। साडा उत्तर कितना आ जाएगा? 923। ठीक है बेटा, 923 का आंसर आ जाएगा। अगे आप जी सवाल ते चलते हैं। दो 2807 5938। पहला ये जोड़ांगे 15 इकाइयाँ, 1 दहाई इधर चलेगी बेटा, 4 दहाइयाँ, 9 ते 8 17 सैकड़े दे विचों 7 सैकड़े इधर आ जाएंगे, तो 1 1000वां हज़ार वाले पासे चले जाएगा। 2 और 3 ते 5 8 8 की आ गए साढ़े को 1000वें स्थान पर आ गया। पर ये अगे सवाल खत्म नहीं होया। ये आप जोड़ांगे 1238। 13 इकाइयां दे विचों साडे को 3 इकाइयां लिख देंगे, दहाई वाले स्थान पे 1 चले जाएगा। 4 1 5 ते 3 8 दहाइयाँ, फिर 7 और 2 9 सैकड़े, तो 9 ही 1000वें स्थान पर आ गया। सो 9983 ਇਹਦਾ उत्तर आ जाएगा बेटा, नोट कर लो। अगला सवाल, सत्त 644 जमा 166। ਹੁਣ बेटा ਆਪਾਂ ਤੁਹਾਨੂੰ ਇੱਕ ਵੱਖਰੀ ਵਿਧੀ ਦੱਸਦੇ ਹਾਂ। ਇਸ ਵਿਧੀ ਰਾਹੀਂ ਕੀ ਹੈ ਕਿ ਤੁਸੀਂ ਡਾਇਰੈਕਟ ਤਿੰਨੇ ਸੰਖਿਆਵਾਂ ਜੋੜ ਸਕਦੇ ਜੇ, ਕਿਉਂਕਿ ਤੁਹਾਨੂੰ ਭੁਲੇਖਾ ਦੂਰ ਹੋ ਗਿਆ। ਜੋੜੇ ਵਿੱਚ ਜੋੜਨ ਦੀ ਲੋੜ ਨਹੀਂ। ਹੁਣ ਆਪਾਂ ਸਿੱਧੀਆਂ 3 ਸੰਖਿਆਵਾਂ ਜੋੜਨ ਦੀ ਕੋਸ਼ਿਸ਼ ਕਰਾਂਗੇ, ਕੋਈ ਮੁਸ਼ਕਲ ਨਹੀਂ ਹੈ, ਮੇਰੇ ਨਾਲ ਕਰਿਓ। ਤੇ 1234। ਹੁਣ ਦੇਖੋ 1234 ਕਿੱਥੇ ਲਿਖੋਗੇ, ਕਿਉਂਕਿ ਉੱਪਰ 7644 ਪੂਰਾ ਹੈ ਨਾ,
ਇਸ ਕਰਕੇ ਆਪਾਂ ਕੀ ਕਰਾਂਗੇ, ਇੱਥੇ ਇੱਕ 0 ਲਗਾ ਦਾਂਗੇ ਵੀ 1000ਵੇਂ ਸਥਾਨ 'ਤੇ ਪੂਰੇ ਹੋ ਜਾਣਗੇ। ਅੱਗੇ 1234। ਹੁਣ ਇਹਨੂੰ ਜੋੜ ਦਾਂਗੇ। ਹੁਣ ਦੇਖੋ ਬੇਟਾ ਜੋੜਨਾ ਕਿੱਦਾਂ ਹੈ, ਪਹਿਲਾਂ ਇਕਾਈਆਂ ਜੋੜਾਂਗੇ। ਇਹ ਇਕਾਈਆਂ ਨੇ, ਪਹਿਲਾਂ ਇਕਾਈਆਂ ਜੋੜੋ। 6 4 10, 4 14, 14 ਇਕਾਈਆਂ ਆ ਗਈਆਂ। 14 ਇਕਾਈਆਂ 'ਚੋਂ 4 ਇਕਾਈਆਂ ਲਗਾ ਦਾਂਗੇ। ਇੱਕ ਦਹਾਈ ਜਿਹੜੀ ਹੈ ਉੱਪਰ ਚਲੇ ਜਾਏਗੀ। ਹੁਣ ਸਾਰੀਆਂ ਦਹਾਈਆਂ ਜੋੜ ਦਾਂਗੇ। 4 1 5 ਅਤੇ 6 11 ਦਹਾਈਆਂ। 11 ਦਹਾਈਆਂ ਅਤੇ 3 14 ਦਹਾਈਆਂ। ਸੋ 14 ਦਹਾਈਆਂ ਦਾ 4 ਦਹਾਈਆਂ ਲਿਖ ਦਾਂਗੇ। ਇੱਕ ਸੈਂਕੜਾ ਉੱਪਰ ਚਲ ਜਾਏਗਾ। ਹੁਣ ਸੈਂਕੜੇ ਜੋੜ ਦੇਵਾਂਗੇ। 6 और 1 7 ਸੈਂਕੜੇ, और 1 8, और 2 10 ਸੈਂਕੜੇ। ਅਤੇ ਤੁਹਾਨੂੰ ਪਤਾ ਜਦੋਂ 10 ਸੈਂਕੜੇ ਹੋ ਜਾਣ ਤਾਂ ਕੀ ਹੋ ਜਾਂਦਾ, 1000 ਹੋ ਜਾਂਦਾ। 10 ਸੈਂਕੜੇ ਬਰਾਬਰ ਕਿੰਨੇ ਹੁੰਦੇ ਆ, 1000 ਦੇ। ਠੀਕ ਹੈ। ਸੋ 1000 ਵਾਲੇ ਪਾਸੇ ਸਿੱਧਾ 1 ਹੀ ਚੱਲ ਜਾਏਗਾ, ਇੱਥੇ 0 ਆ ਜਾਏਗੀ। ਸੋ ਹੁਣ 1000ਵੇਂ ਆਪਾਂ ਸਾਰੇ ਗਿਣ ਲਾਂਗੇ। 1 ਅਤੇ 7 8, 8 ਅਤੇ 1 9। ਸੋ ਉੱਤਰ ਕਿੰਨਾ ਆ ਗਿਆ, 9044। ਸਿੰਪਲ ਸੀ ਨਾ, ਇਹ ਵੀ ਕੋਈ ਜ਼ਿਆਦਾ ਔਖਾ ਨਹੀਂ ਹੈ। ਅਗਰ ਤੁਹਾਨੂੰ ਔਖਾ ਲੱਗਦਾ ਤਾਂ ਪਹਿਲੀ ਵਿਧੀ ਰਾਹੀਂ ਕਰ ਸਕਦੇ ਜੇ। ਉਸ ਤਰ੍ਹਾਂ ਪਹਿਲਾਂ 2 ਜੋੜਾਂਗੇ ਸੰਖਿਆਵਾਂ, ਫਿਰ ਜੋ ਉੱਤਰ ਆਵੇ ਉਹਦੇ ਵਿੱਚ ਤੀਸਰੀ ਸੰਖਿਆ ਆਰਾਮ ਨਾਲ ਜੋੜ ਦੇਵਾਂਗੇ, ਸਾਡਾ ਉੱਤਰ ਆ ਜਾਏਗਾ। ਅਗਲਾ ਸਵਾਲ ਦੇਖਦੇ ਹਾਂ। ਹੁਣ ਬੇਟਾ 768 ਦੇ ਵਿੱਚੋਂ ਆਪਾਂ 119 ਘਟਾਉਣੇ ਨੇ। ਉਸੇ ਤਰ੍ਹਾਂ ਹੀ ਹੁਣ ਆਪਾਂ 8 ਇਕਾਈਆਂ 'ਚ 9 ਇਕਾਈਆਂ ਨਹੀਂ ਘਟਾ ਸਕਦੇ। ਆਪਾਂ ਪੂਰੀ ਦਹਾਈ ਲਵਾਂਗੇ ਲਾਗਿਓ। 6 ਵਿੱਚੋਂ 1 ਦਹਾਈ ਲਵਾਂਗੇ ਅਤੇ ਸਾਡੇ ਕੋਲ ਕਿੰਨਾ ਬਣ ਜਾਏਗਾ, 10 और 8 18। ਅਤੇ ਬਾਕੀ ਸਾਡੇ ਕੋਲ ਬਚ ਜਾਣਗੀਆਂ 5 ਦਹਾਈਆਂ। 18 ਚੋਂ ਆਪਾਂ 9 ਘਟਾਵਾਂਗੇ, ਸਾਡੇ ਕੋਲ ਆ ਜਾਏਗਾ 9। ਉੱਧਰ ਸਾਡੇ ਕੋਲ ਕਿੰਨੀਆਂ ਦਹਾਈਆਂ ਬਚੀਆਂ ਸੀ, ਹੁਣ 5। 5 ਦਹਾਈਆਂ ਚੋਂ ਆਪਾਂ 1 ਘਟਾ ਦਾਂਗੇ ਦਹਾਈ, ਸਾਡੇ ਕੋਲ ਦਹਾਈਆਂ ਬਚ ਜਾਣਗੀਆਂ 4। ਅਤੇ ਫਿਰ ਸੈਂਕੜੇ ਘਟਾਵਾਂਗੇ। 7 ਸੈਂਕੜਿਆਂ ਚੋਂ 1 ਸੈਂਕੜਾ ਘਟਾ ਦਾਂਗੇ 6। ਇਹ ਸਾਡਾ ਉੱਤਰ ਆ ਜਾਏਗਾ 649। ਅਗਲਾ ਸਵਾਲ। ਛੇ 307 ਵਿੱਚੋਂ 4156 ਘਟਾਣੇ ਨੇ। ਉਸੇ ਤਰ੍ਹਾਂ ਬੇਟਾ 7 ਚੋਂ 6 ਇਕਾਈਆਂ ਘਟਾ ਦਾਂਗੇ। ਹੁਣ 0 ਦਹਾਈ ਵਿੱਚੋਂ 5 ਦਹਾਈਆਂ ਨਹੀਂ ਘਟ ਸਕਦੀਆਂ। ਆਪਾਂ ਸੈਂਕੜੇ ਵਾਲੇ ਪਾਸੋਂ 1 ਸੈਂਕੜਾ ਲਵਾਂਗੇ। ਠੀਕ ਹੈ। 1 ਸੈਂਕੜਾ ਲਵਾਂਗੇ ਤਾਂ ਕਿੰਨੇ ਬਣ ਗਏ, 10 ਦਹਾਈਆਂ ਬਣ ਗਈਆਂ। ਠੀਕ ਹੈ। ਕਿਉਂਕਿ 1 ਸੈਂਕੜਾ ਬਰਾਬਰ ਕਿੰਨੇ ਹੁੰਦੀਆਂ, 10 ਦਹਾਈਆਂ, ਜਾਂ 10 ਦਹਾਈਆਂ ਬਰਾਬਰ 1 ਸੈਂਕੜਾ। ਸੋ ਆਪਾਂ ਕੀ ਕਰਾਂਗੇ, 10 ਦਹਾਈਆਂ ਉੱਧਰੋਂ ਲੈ ਲਾਂਗੇ, ਜਾਂ 1 ਸੈਂਕੜਾ ਇੱਕ ਗੱਲ ਹੀ ਹੈ, 1 ਸੈਂਕੜਾ ਲਵਾਂਗੇ। ਠੀਕ ਹੈ। ਹੁਣ 10 ਦਹਾਈਆਂ ਦੇ ਵਿੱਚੋਂ 5 ਦਹਾਈਆਂ ਘਟਾਵਾਂਗੇ ਤਾਂ ਕਿੰਨਾ ਆ ਜਾਏਗਾ, ਉੱਧਰ ਬਚ ਜਾਣਗੇ ਸਾਡੇ ਕੋਲ 2 ਸੈਂਕੜੇ। ਅਤੇ 10 ਚੋਂ 5 ਦਹਾਈਆਂ ਘਟਾਵਾਂਗੇ, ਸਾਡੇ ਕੋਲ ਕਿੰਨੀਆਂ ਬਚ ਗਈਆਂ, 5 ਦਹਾਈਆਂ। ਅਤੇ ਉੱਪਰ ਕਿੰਨੇ ਰਹਿ ਗਏ, 2 ਸੈਂਕੜੇ। 2 ਸੈਂਕੜਿਆਂ ਚੋਂ 1 ਸੈਂਕੜਾ ਘਟਾ ਦਾਂਗੇ, ਸਾਡੇ ਕੋਲ ਆ ਗਿਆ 1 ਸੈਂਕੜਾ। 6000 ਵਿੱਚੋਂ ਆਪਾਂ 4000 ਘਟਾ ਦਾਂਗੇ ਅਤੇ ਆ ਗਿਆ 2। ਸਾਡਾ ਉੱਤਰ ਕਿੰਨਾ ਆ ਜਾਏਗਾ, 2151। ਨੋਟ ਕਰ ਲਓ, ਸ਼ਾਬਾਸ਼। ਅਗਲਾ ਸਵਾਲ ਕਰਦੇ ਹਾਂ। 7503 ਵਿੱਚੋਂ 1219। ਉਸੇ ਤਰ੍ਹਾਂ ਹੀ ਆਪਾਂ 3 ਇਕਾਈਆਂ 'ਚ 9 ਇਕਾਈਆਂ ਨਹੀਂ ਘਟਾ ਸਕਦੇ। ਹੁਣ ਲਾਗੇ ਦੇਖੋ ਦਹਾਈ ਵਾਲੇ ਪਾਸੇ ਵੀ ਸਾਡੇ ਕੋਲ ਕੁਛ ਨਹੀਂ ਹੈਗਾ, 0 ਹੈ। ਇਹ ਦੇਖੋ ਸਾਡੇ ਕੋਲ 0 ਹੈ। ਹੁਣ ਆਪਾਂ ਸੈਂਕੜੇ ਵਾਲੇ ਕੋਲ ਪਹਿਲਾਂ ਦਹਾਈਆਂ ਨੂੰ ਲੈ ਕੇ ਦੇਵਾਂਗੇ। ਸੈਂਕੜੇ ਵਾਲੇ ਪਾਸਿਓਂ ਆਪਾਂ 1 ਸੈਂਕੜਾ ਲਵਾਂਗੇ ਅਤੇ ਬਣ ਜਾਣਗੇ 10 ਦਹਾਈਆਂ, ਕਿਉਂਕਿ ਆਪਾਂ ਇਕਾਈ ਨੂੰ ਦੇਣਾ ਹੈ ਅੱਗੇ। ਇਸ ਕਰਕੇ ਆਪਾਂ ਦਹਾਈ ਵਿੱਚੋਂ 10 ਦਹਾਈਆਂ ਵਿੱਚੋਂ 1 ਦਹਾਈ ਸੈਂਕੜੇ ਨੂੰ ਇਕਾਈ ਨੂੰ ਦੇ ਦਿੱਤੀ, ਸਾਡੇ ਕੋਲ ਬਣ ਗਈਆਂ 13 ਇਕਾਈਆਂ। ਠੀਕ ਹੈ। ਔਰ ਇੱਥੇ
साढ़े को कितने बच गए 9 दहाइयाँ बच गई। ठीक है, तो 5 सैकड़े के साढ़े को 4 सैकड़े बाकी बच गए। सो 13 च 9 घटावांगे तो साढ़े को आ जाने 4। ठीक है, तो इधर साढ़े को कितने बच गई सी 9 दहाइयाँ। 9 दहाइयाँ चो 1 दहाई घटावांगे तो साढ़े को बच जाएगा 8। अगले पास साढ़े को 4 सैकड़े है, 4 सैकड़े चो 2 सैकड़े घटावांगे तो बच गए 2 सैकड़े। इस तरह ही 1000वें स्थान पर 7 है और 1000वें 7000 चो 1 घटावांगे तो बच गया 6। ये साढ़े को आंसर आ जाएगा 6284। 6वें सवाल का लास्ट सवाल वेखांगे। एल सवाल 7000 विचों 1234 घटावांगे। विधि उही है। हुण देखो ध्यान नाल, इकाई कोल भी कुछ नहीं है, दहाई कोल भी कुछ नहीं है, सैकड़े कोल भी कुछ नहीं है। सीधा 1000वें पासे तो आपां चलना है, सैकड़े नूं देना है, सैकड़े को फिर दहाई नूं देवांगे, दहाई को फिर इकाई नूं देवांगे। चलो करते हैं। सब तो पहले 1000वें स्थान पर सैकड़े नूं दईए। हज़ारवें स्थान साढ़े को 6 बच जाएगा। सैकड़े को 10 सैकड़े हो जाएंगे, क्योंकि 10 सैकड़े बराबर 1000 होंदा है। सो सैकड़े को आप दहाइयां नूं 1 देवांगे तो बन जाएगियां 10 दहाइयां। इत्थे रह जाएगियां 9 सैकड़े रह जाएंगे। सो 10 दहाइयां को अगे चलांगे, 10 इकाइयां बनावांगे तो दहाइयां वाले स्थान पर 9 दहाइयां बाकी रह जाएगियां। सो 10 चो 4 बाकी 6 आ जाएंगे। 9 दहाइयां चो 3 घटाइयां 6 दहाइयां। फिर 9 सैकड़े चो आप 2 सैकड़े घटा देंगे, 7 बच जाएगा। ठीक है, उस तो अगे साढ़े को 7000वें की जगह 6 बच गया सी, क्योंकि आप 1000वें स्थान तो ही 1000वां जोड़ा सैकड़े में दिता सी। सो साढ़े को बच गया 6। 6 चो 1 आप घटावांगे, मीनस के 6000वें चो आप 1000 घटावांगे, बच गया 5000। तो साडा उत्तर आ गया 5766। ठीक है बेटा, अगे चलते हैं। सवाल नंबर साढ़े को आ गया हुण जी 7 घटाओ अते पड़ताल करो। ये आप किस तरह करना है, ये भी बड़ा आसान है बच्चे। पड़ताल ही बस करनी है, घटाओ उस तरह ही करनी है जिस तरह आप घटाओ हुण करके हटे हैं। चलो करते हैं। पहला घटावांगे आपां 0 चो 3 इकाइयां नहीं घट सकदियां, इस करके आपां लागों दहाई वाले स्थान तो 1 तो आपां की लै ली, 1 दहाई लै ली। साढ़े को 1 दहाई इधर आ गई, इधर 0 बच गया। ठीक है, सो 10 चो 3 इकाइयां घटाइयां 7। सो उधर 0 बच गई। हुण 0 चो 3 दहाइयां नहीं घट सकदियां, क्योंकि कोई दहाई नहीं बची। इस करके सैकड़े को आपां 1 सैकड़ा लवांगे तो साढ़े को कितने बन जाएंगे 10 दहाइयां या 1 सैकड़ा बराबर हो जाता, पता ना। सो इत्थे 5 बच जाएगा तो इत्थे कितना आ जाएगा साढ़े को 10 दहाइयां आ जाएंगे। हुण 10 दहाइयां चो आपां 3 दहाइयां घटावांगे तो आ जाएंगे 7। ठीक है, सो इस तरह ही जिहड़ा साढ़े को उधर 5 बचया तो 5 सैकड़ियां चो 7 सैकड़े नहीं घट सकते, इस करके 1000वें स्थान को आपां पूरे के पूरे 10 सैकड़े लवांगे। 10 सैकड़े बराबर 1000 होंदा। सो आपां इत्थे बन जाएंगे 15 सैकड़े, इत्थे रह जाएंगे 6000वें। सो 15 सैकड़ियां चो 7 सैकड़े घटावांगे तो आ गया 8 सैकड़े, और 6000वें चो 1000 घटा देंगे तो आ जाएंगे 5। इत्थों तक तो बेटा सवाल आप पिछे भी किए हैं। ठीक है, हुण आपां पड़ताल दी किद्दां करनी है। आपां ये देखना है कि साडा सवाल गलत है कि सही है, यही पड़ताल होंदी है। पड़ताल मीनस जांच करनी, परीक्षा करनी, पता लाना कि जो सवाल असीं कीता है वो सही है कि गलत है। तो पड़ताल किस तरह होंदी है आओ सीखिए। आपां की करांगे, ध्यान नाल देखियो। अगर तुहानूं समझ आ गई एक बार तो फिर भुलेगी नहीं, ध्यान नाल देखियो।
ਜਿਹੜਾ ਉੱਤਰ ਆਇਆ ਬੱਚਿਓ ਅਤੇ ਜਿਹਦੇ ਨਾਲ ਘਟਾਓ ਕੀਤੀ ਸੀ ਉਹਨੂੰ ਛੱਡ ਕੇ ਫਿਰ ਸਮਝੋ ਜਿਹੜਾ ਉੱਤਰ ਸਾਡੇ ਕੋਲ ਆਇਆ ਅਤੇ ਜਿੰਨੀ ਆਪਾਂ ਘਟਾਓ ਕੀਤੀ ਹੈ ਇਹਨਾਂ ਦੋਵਾਂ ਨੂੰ ਆਪਾਂ ਅਲੱਗ ਤੌਰ 'ਤੇ ਜੋੜ ਦੇਣਾ ਹੈ। ਹੁਣ ਪਤਾ ਲੱਗਾ। ਇਹਨਾਂ ਦੋਵਾਂ ਸੰਖਿਆਵਾਂ ਨੂੰ ਅਗਰ ਅਸੀਂ ਜੇ ਘਟਾਓ ਦਾ ਸਵਾਲ ਹੈ ਤਾਂ ਜੋੜਾਂਗੇ, ਜੇ ਜੋੜ ਦਾ ਸਵਾਲ ਹੈ ਤਾਂ ਘਟਾਵਾਂਗੇ। ਯਾਦ ਰੱਖਿਓ, ਪੜਤਾਲ ਕਰਨੀ ਹੋਏ ਅਗਰ ਜੋੜ ਦਾ ਸਵਾਲ ਆਏ ਤਾਂ ਘਟਾਵਾਂਗੇ, ਜੇ ਘਟਾਓ ਦਾ ਸਵਾਲ ਹੈ ਤਾਂ ਜੋੜਾਂਗੇ। ਹੁਣ ਸਾਡੇ ਕੋਲ ਘਟਾਓ ਦਾ ਸਵਾਲ ਹੈ ਇਸ ਕਰਕੇ ਜੋੜਾਂਗੇ। ਸੋ ਉੱਤਰ ਕਿੰਨਾ ਆਉਣਾ ਚਾਹੀਦਾ ਹੈ? ਇੰਨਾ ਉੱਤਰ ਆਉਣਾ ਚਾਹੀਦਾ ਹੈ ਜੋ ਸਾਡੇ ਕੋਲ ਪਹਿਲਾਂ ਹੈ 7610 ਉੱਤਰ ਆਉਣਾ ਚਾਹੀਦਾ ਹੈ। ਚਲੋ ਦੇਖੀਏ ਇੰਨਾ ਉੱਤਰ ਆਉਂਦਾ ਹੈ। 7 ਔਰ 3 10 ਇਕਾਈਆਂ। ਤੁਹਾਨੂੰ ਪਤਾ ਹੈ ਕਿ ਇੱਕ ਇਕਾਈ ਹੁਣ ਇੱਧਰ ਆ ਜਾਣੀ ਹੈ, ਸੌਰੀ ਇੱਕ ਦਹਾਈ ਇੱਧਰ ਆ ਜਾਣੀ ਹੈ। 7 ਦਹਾਈਆਂ ਅਤੇ ਇੱਕ ਦਹਾਈ 8, 8 ਔਰ 3 ਕਿੰਨੀਆਂ ਦਹਾਈਆਂ ਹੋ ਗਈਆਂ? ਕਿੰਨੀਆਂ ਦਹਾਈਆਂ ਹੋ ਗਈਆਂ? 11। ਅਤੇ 11 ਦਹਾਈਆਂ ਹੋ ਜਾਣ 'ਤੇ ਮੀਨਸ ਕੀ ਹੁੰਦਾ? ਇੱਕ ਸੈਂਕੜਾ ਅਤੇ ਇੱਕ ਦਹਾਈ। ਸੋ ਇੱਕ ਦਹਾਈ ਆਪਾਂ ਇੱਧਰ ਲਿਖ ਲਾਂਗੇ, ਆਲਰੇਡੀ ਸਾਡੇ ਕੋਲ ਹੈਗੀ ਹੈ ਪਹਿਲਾਂ ਕਿੰਨਾ ਉੱਤਰ ਆਇਆ ਸੀ, ਆਪਾਂ ਇੱਧਰ ਲਿਖ ਲੈਂਦੇ ਹਾਂ 0 ਫਿਰ 1, ਠੀਕ ਹੈ। ਔਰ ਇੱਕ ਆਪਾਂ ਜਿਹੜਾ ਸੈਂਕੜਾ ਬਚਿਆ ਉਹ ਇੱਧਰ ਆ ਜਾਏਗਾ। ਔਰ 8 ਔਰ 1 9, 9 ਅਤੇ 7 16 ਸੈਂਕੜੇ। 16 ਸੈਂਕੜੇ ਦਾ ਕਿੰਨਾ ਲਿਖਤਾ ਆਪਾਂ? 6, ਠੀਕ ਹੈ। ਅਤੇ 1000ਵਾਂ ਜਿਹੜਾ ਵਾ ਉਹ ਇੱਧਰ ਆ ਜਾਏਗਾ ਕਿਉਂਕਿ 10 ਸੈਂਕੜੇ ਬਰਾਬਰ 1000 ਹੁੰਦਾ ਹੈ। ਅਤੇ ਹੁਣ ਆਪਾਂ ਕੀ ਕਰਾਂਗੇ? 5 ਔਰ 1 6 ਔਰ 1 7। ਦੇਖੋ ਬੇਟਾ ਇਹੋ ਹੀ ਉੱਤਰ ਆ ਗਿਆ ਸਾਡੇ ਕੋਲ 7610। ਜਾਂ ਇੱਥੇ ਵੇਖ ਸਕਦੇ ਹੋ ਸੇਮ ਸਾਡੇ ਕੋਲ ਉੱਤਰ ਆ ਗਿਆ। ਇਹਦਾ ਮਤਲਬ ਇਹ ਹੈ ਕਿ ਸਾਡੀ ਪੜਤਾਲ ਅਸੀਂ ਜਿਹੜੀ ਕੀਤੀ ਹੈ ਉਹਦਾ ਉੱਤਰ ਬਿਲਕੁਲ ਸਹੀ ਆ ਰਿਹਾ। ਇਹਦਾ ਮਤਲਬ ਕਿ ਸਾਡਾ ਸਵਾਲ ਸਹੀ ਨਿਕਲਿਆ ਸੀ ਘਟਾਓ ਵਿੱਚ ਵੀ, ਠੀਕ ਹੈ। ਇਹੀ ਪੜਤਾਲ ਹੁੰਦੀ ਹੈ ਬੇਟਾ। ਅਗਲੇ ਸਵਾਲਾਂ ਦੇ ਵਿੱਚ ਇੱਕ ਸਵਾਲ ਮੈਂ ਹੋਰ ਕਰਾਵਾਂਗਾ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਖੁਦ ਪੜਤਾਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਅਗਲਾ ਸਵਾਲ ਦੇਖਦੇ ਹਾਂ। ਘਟਾਓ ਕਰਨੀ ਤੁਹਾਨੂੰ ਆ ਗਈ ਹੈ, ਮੈਂ ਫਟਾਫਟ ਘਟਾਓ ਕਰਦਾ, ਸਿਰਫ ਪੜਤਾਲ ਹੀ ਦੱਸਾਂਗਾ, ਠੀਕ ਹੈ। ਬਾਕੀ ਤੁਹਾਨੂੰ ਘਟਾਓ ਕਰਨੀ ਹੁਣ ਆ ਗਈ ਹੈ। ਇਹ ਸਾਡਾ ਉੱਤਰ ਆ ਗਿਆ। ਹੁਣ ਆਪਾਂ ਦੇਖਣਾ ਹੈ ਪੜਤਾਲ ਕਰਕੇ ਕਿ ਸਾਡਾ ਉੱਤਰ ਸਹੀ ਹੈ। ਉੱਤਰ ਕਿੰਨਾ ਹੋਣਾ ਚਾਹੀਦਾ? 6113, ਠੀਕ ਹੈ। ਔਰ 7 ਔਰ 6 13, ਇਹ ਦੇਖੋ ਆ ਗਿਆ 3 ਆ ਗਿਆ, ਠੀਕ ਹੈ। ਇੱਕ ਆਂਸਰ ਮੀਨਸ ਕਿ ਇੱਕ ਦਹਾਈ ਇੱਧਰ ਬਚ ਗਈ, ਇਹਨੂੰ ਜੋੜਾਂਗੇ ਵਿੱਚ 4 5 ਅਤੇ 6 11। ਆ ਦੇਖੋ ਇੱਕ ਆ ਗਿਆ 11, ਇੱਕ ਸੈਂਕੜਾ ਬਚ ਗਿਆ। ਇੱਕ ਸੈਂਕੜਾ ਜਿਹੜਾ ਇੱਧਰ ਆ ਜਾਏਗਾ 9 10 ਅਤੇ 11। ਇਹ ਦੇਖੋ ਇੱਕ ਫਿਰ ਆ ਗਿਆ 11 ਆ ਗਿਆ ਪੂਰਾ। ਫਿਰ 1000ਵਾਂ ਬਚ ਗਿਆ 4 1 5 ਅਤੇ 1 6। ਸੋ ਸਾਡਾ ਉੱਤਰ ਬਿਲਕੁਲ ਸਹੀ ਹੈ, ਤੁਸੀਂ ਨੋਟ ਕਰ ਸਕਦੇ ਜੇ, ਠੀਕ ਹੈ। ਹੁਣ ਅਗਲੇ ਸਵਾਲ ਦੇ ਵਿੱਚ ਮੈਂ ਨਾ ਵੱਖਰੇ ਤੌਰ 'ਤੇ ਤੁਹਾਨੂੰ ਪੜਤਾਲ ਕਰਕੇ ਦੱਸਾਂਗਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਵੱਖਰੀ ਪੜਤਾਲ ਜਿਹੜੀ ਹੈ ਕਾਪੀਆਂ 'ਤੇ ਕਿੱਦਾਂ ਉਤਾਰਨੀ ਹੈ। ਇੱਥੇ ਸਮਝਾਉਣ ਵਾਸਤੇ ਸੀ। ਹੁਣ ਪੜਤਾਲ ਕਿੱਦਾਂ ਕਾਪੀਆਂ 'ਤੇ ਉਤਾਰਨੀ ਹੈ ਉਹਦੇ ਬਾਰੇ ਦੱਸਣ ਜਾ ਰਿਹਾ ਹਾਂ, ਧਿਆਨ ਨਾਲ ਨੋਟ ਕਰਿਓ। ਅਗਲਾ ਸਵਾਲ ਨੰਬਰ C। ਛੇ 6501 ਇਹਦੇ ਵਿੱਚੋਂ ਘਟਾਉਣਾ ਹੈ 1212। ਇਹ ਸਾਡੇ ਕੋਲ ਆਨਸਰ ਆ ਗਿਆ, ਠੀਕ ਹੈ। ਘਟਾਓ ਕੀਤੇ ਆ, ਘਟਾਓ ਤੁਹਾਨੂੰ ਆ ਗਈ ਹੋਈ ਹੈ। ਹੁਣ ਪੜਤਾਲ ਕਰਾਂਗੇ 5 2 8 9 ਦੇ ਵਿੱਚ ਆਪਾਂ ਕਿੰਨਾ ਜੋੜਾਂਗੇ? 1 2 1 2 ਜੋੜੀਏ, ਦੇਖਦੇ ਹਾਂ ਕਿੰਨਾ ਉੱਤਰ ਆਉਂਦਾ। ਇੰਨਾ ਉੱਤਰ ਆਉਣਾ ਚਾਹੀਦਾ ਬੱਚੇ।
फिर ही साडा सवाल सही होएगा, नहीं तो गलत हो जाएगा। 9 2 11 इकाइयाँ, एक दहाई इधर चलेगी। 9 तो 1 10 दहाइयाँ, कोई दहाई नहीं, 1 सैकड़ा बच गया, इधर आ गया। और 5 सैकड़े और 6 आ गया इधर, 6000वें स्थान पर आ गया। 6501। ਇਹਦਾ मतलब साडा सवाल बिल्कुल दुरुस्त है। ਇੱਦਾਂ पड़ताल करनी है। ਇਹਦੇ 'ਤੇ लिख सकते हो पड़ताल इस तरह, इधर पड़ताल करके इस तरह तुसीं आंसर लिखना है। पहलों इत्थे कढ़ना है इस तरह, फिर पड़ताल इधर करनी है कापियां के उपर। सारिਆਂ ਨੂੰ पता लग गया, चंगी तरह नोट कर लो। वीडियो ਨੂੰ पॉज करके नोट कर सकते जी किदां सवाल कढ़ना है, उस तरह ही कापियां ते कढ़ोगे। ठीक है, अगे चलते हैं। सवाल नंबर डी। चार 4368 ਵਿੱਚੋਂ ਆਪਾਂ 1239 ਘਟਾਵਾਂਗੇ। ਇਹ ਉੱਤਰ ਆ ਗਿਆ। ਹੁਣ ਆਪਾਂ ਪੜਤਾਲ ਕਰਾਂਗੇ। ठीक है, सो चलो करिए जोड़। 9 और 9 18 इकाइयाँ, एक दहाई इधर आ गई। 3 2 5 ते 6, 2 ते 3, 2 ते 3। हाँ बेटा, दोबारा करते हैं, थोड़ा सा हम गलत हो गया सी। आई एम रियली वेरी सॉरी। सब तो पहले घटाओ करांगे। ਹੁਣ ਆਪਾਂ जो उत्तर आया ਇਹਦੀ पड़ताल करांगे। तो पड़ताल करने वास्ते उपर लिखांगे पड़ताल तो उत्तर कितना होना चाहिए बच्चों? n। ठीक है, सो चलो करिए। इन्ना उत्तर आता 9 और 9 8 18 इकाइयाँ, एक दहाई बच गई, ऊपर चले गई। 2 और 3 ते 3 6 दहाइयाँ, 2 और 1 3 सैकड़े, 3 और 1 4 हज़ारवें। सो उत्तर आ गया 4368, जोड़ा कि बिल्कुल सही है। साड़ी पड़ताल बिल्कुल सही है। प्रश्न जोड़ा किया सवाल वो भी बिल्कुल सही है। लास्ट सवाल देखते हैं। पहले घटाव करते हैं। सो चलो हुण पड़ताल करके देखते हैं। बेटा याद रखना है किन्नू किहदे नाल जोड़ना है तो उत्तर की आना चाहिए पड़ताल विच। अगर ये याद नहीं रखोगे तो सवाल गलत हो जाएगा। ये आप जोड़ रहे हैं और इन्ना उत्तर आना चाहिए, फिर साडा सवाल सही होएगा। चलो देखिए जोड़ के। 8 और 3 11 इकाइयाँ दा 1 लग गया, एक दहाई इधर चली गई। 10 दहाइयाँ, कोई दहाई नहीं, सैकड़ा इधर चले गया। 10, ठीक है, 1000 में इधर चले गया। 5 6 और 1 7, 7001 आ गया। मतलब कि साडा उत्तर बिल्कुल सही है। सो प्यारे बच्चों,
ਇਹ ਸੀ ਸਵਾਲ ਨੰਬਰ 6 ਔਰ 7। ਤੁਸੀਂ ਬੜੇ ਧਿਆਨ ਨਾਲ ਕੀਤਾ, ਥੋੜਾ ਟਾਈਮ ਕੰਜ਼ਿਊਮਿੰਗ ਸੀ, ਵੀਡੀਓ ਲੰਬੀ ਹੈ। ਤੁਸੀਂ ਪ੍ਰਸ਼ਨ ਕਰਨੇ ਆ ਪਰ ਵੀਡੀਓ ਦੇਖ ਕੇ ਹੀ ਕਰ ਪਾਓਗੇ। ਅਗਰ ਖੁਦ ਕਰਦੇ ਹੋ ਤਾਂ ਬਹੁਤ ਵਧੀਆ, ਕੋਈ ਮੁਸ਼ਕਲ ਆਉਂਦੀ ਮੈਨੂੰ ਜ਼ਰੂਰ ਦੱਸਿਓ। ਆਪਣੇ ਸਥਾਨ 'ਤੇ ਵਧੀਆ ਅਤੇ ਖੁਸ਼ਹਾਲ ਰਹੋ, ਸਿਹਤਮੰਦ ਰਹੋ, ਹੱਥਾਂ ਨੂੰ ਬਾਰ-ਬਾਰ ਧੋਂਦੇ ਰਹੋ। ਇਸ ਵੀਡੀਓ ਨੂੰ ਦੇਖ ਕੇ ਸਾਰਾ ਕੰਮ ਬੱਚਿਓ ਕਾਪੀਆਂ 'ਤੇ ਕਰ ਲੈਣਾ ਹੈ। ਅਗਰ ਮੁਸ਼ਕਲ ਆਵੇ ਤਾਂ ਮੈਨੂੰ ਸਕਰੀਨਸ਼ਾਟ ਖਿੱਚ ਕੇ ਭੇਜ ਸਕਦੇ ਹੋ। ਕੋਈ ਗਲਤੀ ਦਰੁਸਤੀ ਹੈ ਤਾਂ ਮੈਂ ਕਰ ਦੇਵਾਂਗਾ। ਕੋਈ ਮੁਸ਼ਕਲ ਪੇਸ਼ ਆਵੇ ਤਾਂ ਮੈਨੂੰ ਪ੍ਰਸ਼ਨ ਜ਼ਰੂਰ ਪੁੱਛ ਲਿਓ। ਸਾਰੇ ਅਧਿਆਪਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਲੰਬਾ ਵੀਡੀਓ ਦੇਖਿਆ ਹੈ। ਬੱਚਿਆਂ ਤੱਕ ਪਹੁੰਚਦਾ ਜ਼ਰੂਰ ਕਰਿਓ ਤਾਂ ਕਿ ਬੱਚਿਆਂ ਦਾ ਭਲਾ ਹੋ ਸਕੇ। ਸੋ ਬੱਚਿਆਂ ਦਾ ਕੰਮ ਜਿਹੜਾ ਹੈ ਰੁਕੇ ਨਾ। 4th ਕਲਾਸ ਜਿੱਥੇ ਵੀ ਬੈਠੀ ਹੈ, ਜਿਹੜੇ ਵੀ ਜ਼ਿਲ੍ਹੇ ਵਿੱਚ ਬੈਠੀ ਹੈ, ਜਿਹੜੇ ਵੀ ਬਲਾਕ ਵਿੱਚ ਬੈਠੀ ਹੈ, ਉਸ ਹਰ ਬੱਚੇ ਤੱਕ ਇਸ ਮਾਧਿਅਮ ਰਾਹੀਂ ਜਿਹੜਾ ਹੈ ਇਸ ਵੀਡੀਓ ਪਹੁੰਚ ਜਾਵੇ ਤਾਂ ਕਿ ਉਹ ਆਪਣਾ ਜਿਹੜਾ ਅਭਿਆਸ ਹੈ ਗਣਿਤ ਦਾ ਕੰਮ ਜਿਹੜਾ ਆਰਾਮ ਨਾਲ ਕਰ ਸਕੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।